ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿੰਦਾਉ ਵੰਦਨ ਅਨੇਕ ਵਾਰ, ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੋ ਤਾਉ ਪ੍ਰੇਮ ਖਿਲਨ ਕਾ ਚਾਉ, ਸਿਰ ਧਲ ਕਲੀ ਮਿਟਿਆ। ਜੋ ਤਾਉ ਪ੍ਰੇਮ ਖਿਲਨ ਕਾ ਚਾਉ, ਤਾਉ ਸਿਰ ਤਲੀ ਘਰ ਗਲੀ ਮਿਲਿਆ। ਇਕ ਮਾਰ ਪੈਰ ਧਰੀਜੈ, ਸਿਰ ਦੀਜੈ ਕੌਣ ਨ ਕੀਜੈ। ਹਰ ਸੱਚੀ ਤਖਤ ਰਚਾਇਆ, ਸਤ ਸਗਤ ਮਿਲਾ। ਨਾਨਕ ਨਿਰਭਉ ਨਿਰੰਕਾਰ, ਵਿਚ ਸਿੱਧਾ ਖਿਲਾ। ਸਿਮਰਨ ਨਾਹੀ ਕਾਲ ਕਾ, ਖੰਡੇ ਕੀ ਮਿਲਾ। ਪਿਓ ਪਾਵਲ ਖੰਡ ਧਾਰ, ਹੋਈ ਜਨਮ ਸੋਹਿਲਾ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੋਹਿਲਾ। ਬਾਹੋ ਬਾਹੋ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸੰਭਾਲ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਗੁਰੂ ਸਤਸੰਗ ਜੀਓ। ਆਪ ਸਰਬੱਤ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਚੀਆ ਨੂੰ ਆਖਿਆ ਜਾਂਦਾ ਹੈ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕੀਤਾ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਸਾਧ ਸੰਗਤ ਜੀ, ਆਓ ਇਹਨਾਂ ਘੜੀਆਂ, ਇਹਨਾਂ ਪਲਾਂ ਨੂੰ ਹੋਰ ਵੀ ਸੁਭਾਗੇ ਬਣਾ ਲਈਏ। ਅੱਜ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਖਾਲਸਾ ਸਾਜਨਾ ਦਿਵਸ ਮਨਾ ਰਹੀ ਹੈ। ਅੱਜ ਖਾਲਸੇ ਦਾ ਅਵਤਾਰ ਦਿਹਾੜਾ ਹੈ ਤੇ ਉਸ ਵਿਚਾਰਾਂ ਅੱਜ ਆਪਾਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸੰਗਤ ਨਾਲ ਸਾਂਝੀਆਂ ਕਰਾਂਗੇ। ਆਓ ਟਿਕਾਓ ਦੇ ਵਿੱਚ ਆਈਏ, ਫਿਰ ਹੀ ਕਥਾ ਵਿਚਾਰ ਦਾ ਆਨੰਦ ਆਪਾਂ ਲੈ ਸਕਦੇ ਹਾਂ। ਖਾਲਸਾ ਸ਼ਬਦ
ਇਹ ਅਰਬੀ ਭਾਸ਼ਾ ਦੇ ਸ਼ਬਦ ਖਾਲਸ ਤੋਂ ਬਣੇ ਹੈ। ਸੱਸ ਜੋ ਖਾਲਸਾ ਸ਼ਬਦ ਹੈ ਇਹ ਅਰਬੀ ਭਾਸ਼ਾ ਦੇ ਸ਼ਬਦ ਖਾਲਸ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਪਾਕ, ਸੌਦਾ, ਬੇਅੈਬ, ਬੇਦਾਗ। ਖਾਲਸਾ ਦਾ ਭਾਵ ਹੈ ਇਹ ਸ਼ਬਦ ਸਿੱਖ ਕੌਮ ਦੇ ਲਈ ਵਰਤਿਆ ਜਾਂਦਾ ਹੈ। ਖਾਲਸਾ ਕੌਮ, ਇਹ ਜੋ ਖਾਲਸਾ ਸ਼ਬਦ ਹੈ ਇਹ ਸ਼ਬਦ ਸਿੱਖ ਕੌਮ ਦੇ ਲਈ ਵਰਤਿਆ ਜਾਂਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ 13 ਅਪ੍ਰੈਲ 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ। ਸਾਧ ਸੰਗਤ ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖਾਲਸੇ ਦੇ ਨਾਲ ਜਾਣਿਆ ਜਾਣ ਲੱਗਿਆ। ਜਾਂ ਇੱਦਾਂ ਕਹੋ ਕਿ ਇਸ ਦਿਨ ਤੋਂ ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖਾਲਸਾ ਕਿਹਾ ਜਾਣ ਲੱਗਿਆ। ਖਾਲਸਾ ਦੀ ਸਥਾਪਨਾ ਕਿਵੇਂ ਹੋਈ? 1699 ਈਸਵੀ ਦੇ ਵਿੱਚ ਉਹਦੇ ਵਿਸਾਖੀ ਦਾ ਦਿਹਾੜਾ ਸੀ। 1699 ਦੇ ਵਿੱਚ ਵਿਸਾਖੀ ਦੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਸਿੱਖ ਧਰਮ ਦੇ ਸ਼ਰਧਾਲੂਆਂ ਦੀ ਇੱਕ ਮਹਾਨ ਸਭਾ ਬੁਲਾਈ। ਇਸ ਸਭਾ ਦੇ ਵਿੱਚ ਸਾਧ ਸੰਗਤ ਜੀ ਵੱਖ-ਵੱਖ ਪ੍ਰਦੇਸ਼ਾਂ ਤੋਂ ਲਗਭਗ 80,000 ਸਿੱਖ ਇਕੱਠੇ ਹੋਏ ਅਨੰਦਪੁਰ ਸਾਹਿਬ ਦੀ ਧਰਤੀ ਤੇ। ਜਦ ਸਭਾ ਦੇ ਵਿੱਚ ਸਭ ਲੋਕ ਬੈਠ ਕੇ ਇੰਨਾ ਇਕੱਤਰ ਹੋਏ ਜਿਹੜੇ ਆਏ ਸੀ, ਜਦੋਂ ਸਾਰੇ ਲੋਕ ਬੈਠ ਗਏ ਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਭਾ ਦੇ ਵਿੱਚ ਆਏ। ਸਭਾ ਦੇ ਵਿੱਚ ਆਏ ਇਹਦੇ ਪਿੱਛੋਂ ਉਹਨਾਂ ਨੇ ਤਲਵਾਰ ਨੂੰ ਮਿਆਨ ਦੇ ਵਿੱਚੋਂ ਕੱਢ ਕੇ ਸੰਗਤਾਂ ਦੇ ਵੱਲ ਲਹਿਰਾਇਆ। ਸਾਧ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਰੀ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਬੋਧਨ ਕਰਕੇ ਕਿਹਾ ਕਿ ਹੈ ਕੋਈ ਅਜਿਹਾ ਸਿੱਖ ਜੋ ਧਰਮ ਦੇ ਲਈ ਆਪਣੀ ਪ੍ਰਾਣਾਂ ਦਾ ਬਲੀਦਾਨ ਦੇ ਸਕੇ। ਐਡਾ ਵੱਡਾ ਇਕੱਠ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਵਚਨ ਉਚਾਰਨ ਕੀਤੇ ਉਸ ਵੇਲੇ ਵੀ ਹੈ ਕੋਈ ਅਜਿਹਾ ਸਿੱਖ ਜੋ ਆਪਣੇ ਪ੍ਰਾਣਾਂ ਦੀ, ਆਪਣੇ ਸਾਹਾਂ ਦੀ ਬਲੀਦਾਨ ਦੇ ਸਕਦਾ ਹੋਵੇ। ਤੇ ਸਤਿਗੁਰਾਂ ਦੇ ਮੁਖ ਤੋਂ ਇਹ ਵਚਨ ਨਿਕਲੇ ਸਨ। ਸਾਧ ਸੰਗਤ ਜਦੋਂ ਸਤਿਗੁਰਾਂ ਦੇ ਮੁਖ ਤੋਂ ਇਹ ਵਚਨ ਸੁਣੇ ਤੇ ਸਾਰੀ ਸਭਾ ਦੇ ਵਿੱਚ ਸਾਧ ਸੰਗਤ ਸਨਾਟਾ ਜਾ ਛਾ ਗਿਆ। ਸਾਰੇ ਚੁੱਪ ਕਰ ਗਏ।
ਇੱਕ ਦੂਜੇ ਦੇ ਮੂੰਹ ਦੇ ਵੱਲ ਵੇਖਣ ਲੱਗ ਪਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਇਹਨਾਂ ਸ਼ਬਦਾਂ ਨੂੰ, ਇਹਨਾਂ ਵਚਨਾਂ ਨੂੰ 3 ਵਾਰ ਕਹਿਣਾ ਕੀਤਾ, 3 ਵਾਰ ਦੁਹਰਾਇਆ ਗਿਆ ਤੇ ਅੰਤ ਦੇ ਵਿੱਚ ਸਾਧ ਸੰਗਤ ਨੇ ਇੱਕ ਸਿੱਖ ਖੜਾ ਹੋਇਆ। ਦਇਆ ਰਾਮ ਨਾਮ ਦੇ ਇੱਕ ਖੱਤਰੀ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਸਤਿਗੁਰਾਂ ਦੇ ਅੱਗੇ ਪੇਸ਼ ਕੀਤਾ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਇਆ ਰਾਮ ਜੀ ਨੂੰ ਤੰਬੂ ਦੇ ਅੰਦਰ ਲੈ ਗਏ। ਤੇ ਸਾਧ ਸੰਗਤ ਜੀ, ਤੰਬੂ ਦੇ ਵਿੱਚ ਲਿਜਾ ਕੇ ਸਤਿਗੁਰਾਂ ਨੇ ਉਹਨਾਂ ਨੂੰ ਚੁੱਪਚਾਪ ਬੈਠੇ ਰਹਿਣ ਦਾ ਉਦੇਸ਼ ਵੀ ਦਿੱਤਾ। ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੂਸਰੀ ਵਾਰ ਖੂਨ ਦੇ ਨਾਲ ਲੱਥਪੱਥ ਤਲਵਾਰ ਲੈ ਕੇ ਫਿਰ ਤੰਬੂ ਤੋਂ ਬਾਹਰ ਆਏ। ਜੋ ਤੰਬੂ ਤੋਂ ਬਾਹਰ ਆਏ ਤੇ ਸਾਧ ਸੰਗਤ ਜੀ, ਫਿਰ ਸਤਿਗੁਰਾਂ ਨੇ ਉਹੀ ਬਚਨ ਦੁਹਰਾਏ ਕਿ ਹੈ ਕੋਈ ਅਜਿਹਾ ਸਿੱਖ ਹੋਰ ਵੀ ਜਿਹੜਾ ਆਪਣੀ ਪ੍ਰਾਣਾਂ ਦਾ ਬਲੀਦਾਨ ਦੇ ਸਕਦਾ ਹੋਵੇ। ਤੇ ਸਾਧ ਸੰਗਤ ਜੀ, ਫਿਰ ਇਸ ਤੋਂ ਬਾਅਦ ਦਿੱਲੀ ਦੇ ਨਿਵਾਸੀ ਧਰਮਦਾਸ ਜੱਟ ਨੇ ਆਪਣੇ ਆਪ ਨੂੰ ਸਤਿਗੁਰਾਂ ਦੇ ਪੇਸ਼ ਕੀਤਾ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਕਰਮਵਾਰ ਸਤਿਗੁਰੂ ਵਚਨ ਦੁਹਰਾਉਂਦੇ ਰਹੇ, ਸੀਸ ਦੀ ਮੰਗ ਕਰਦੇ ਰਹੇ। ਤੇ ਕਰਮਵਾਰ ਮੋਹਕਮ ਚੰਦ ਜੀ, ਸਾਹਿਬ ਚੰਦ, ਹਿੰਮਤ ਰਾਏ ਨਾਮ ਦੇ 3 ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਦੇ ਲਈ ਪੇਸ਼ ਕੀਤਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ। ਅੰਤ ਦੇ ਵਿੱਚ ਨਾ ਸਾਧ ਸੰਗਤ ਜੀ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ 5 ਵਿਅਕਤੀਆਂ ਨੂੰ ਸਭਾ ਦੇ ਵਿੱਚ ਲੈ ਕੇ ਆਏ ਤੇ ਨਾਮ ਦਿੱਤਾ ਉਹਨਾਂ ਨੂੰ 5 ਪਿਆਰਿਆਂ ਦਾ ਨਾਮ ਦਿੱਤਾ, ਜਿਨ੍ਹਾਂ ਨੇ ਬਲੀਦਾਨ ਦੇਣ ਵਾਸਤੇ ਆਪਣੇ ਆਪ ਨੂੰ ਸਤਿਗੁਰਾਂ ਦੇ ਹਵਾਲੇ ਕੀਤਾ। ਸਤਿਗੁਰੂ ਜਦੋਂ ਇਹਨਾਂ ਨੂੰ ਵਾਰ ਤੰਬੂ ਤੋਂ ਲੈ ਕੇ ਆਏ ਸਭਾ ਦੇ ਵਿੱਚ ਸੰਗਤ ਦੇ ਸਾਹਮਣੇ, ਤੇ ਇਹਨਾਂ ਨੂੰ ਨਾਮ ਦਿੱਤਾ ਗਿਆ, 5 ਪਿਆਰਿਆਂ ਦਾ ਨਾਮ ਦਿੱਤਾ ਗਿਆ। ਜਦੋਂ ਇਹਨਾਂ 5 ਪਿਆਰਿਆਂ ਦੀ ਚੋਣ ਹੋਈ ਨਾ ਸਾਧ, ਇਹਨਾਂ 5 ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ, ਜਿਸ ਨੂੰ ਖੰਡੇ ਦਾ ਪਹਲ ਵੀ ਕਿਹਾ ਜਾਂਦਾ। ਖੰਡੇ ਦੀ ਪਹਲ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਰਬਲੋਕ ਦਾ ਇੱਕ ਖੁੱਲਾ ਬਰਤਨ ਲਿਆ, ਉਸ ਦੇ ਵਿੱਚ ਸਾਗ ਅਤੇ ਪਾਣੀ ਪਾਇਆ। ਸਤਿਗੁਰਾਂ ਨੇ ਪਰ ਉਸ ਨੂੰ ਖੰਡੇ ਦੇ ਨਾਲ ਹਿਲਾਇਆ, ਨਾਲ ਹੀ ਉਹ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਰਹੇ। ਇਸ ਤਰ੍ਹਾਂ ਤਿਆਰ ਕੀਤੇ ਜਲ ਨੂੰ ਅੰਮ੍ਰਿਤ ਦਾ ਜਾਂ ਖੰਡੇ ਦਾ ਪਾਹੁਲ ਕਿਹਾ ਜਾਂਦਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਅੰਮ੍ਰਿਤ ਤਿਆਰ ਕਰ ਰਹੇ ਸਨ
कि उसी समय माता जीतो जी कुछ पतासे लेके सतगुरां दे सन्मुख हो गए। सस माता जीतो जी पतासे लेके आए। इसलिए धन श्री गुरु गोबिंद सिंह महाराज जी ने माता जीतो जी तो पतासे लेके अमृत दे विच घोल दिते। इहदा अर्थ सी, इहदा भाव सी साध संगत जी कि सतगुरु जी ने सिखां दे विच बहादरी दे भाव पैदा करन दे नाल नाल सिखां दे सुभाअ दे विच मिठास पैदा करन दा यतन कीता। पतासे घोल के भी जिथे सिख बहादुर होणगे उत्थे नाल उन्हां दे सुभाअ दे विच मिठास होवेगी। ये भी सतगुरां दा इन्हां भावां दा अर्थ सी पतासे घोलण दा। सस जो अमृत का वाटा तैयार हो गया, ये अमृत सब तो पहला उन्हां पंजां प्यारिਆਂ ਨੂੰ सकाया गया। सस जिन्हां दी चोण होई। फिर सतगुरु जी ने उन्होंने गोडियां दे भार खड़े होना ते वाहिगुरु जी का खालसा वाहिगुरु जी की फतेह कहने का आदेश दिता। धन श्री गुरु गोबिंद सिंह जी महाराज जी इस समय सतगुरु गोबिंद सिंह जी महाराज जी ने बारी बारी पंजां प्यारिਆਂ ਦੀਆਂ ਅੱਖਾਂ ते केसां ते अमृत के सिੱਟੇ मारे। सस ते हर प्यारे नू खालसा भाव पवित्र नाम दिता। सारे प्यारों के हथों आप अमृत सकिया गुरु गोबिंद सिंह जी महाराज जी। आप अमृत के दाते सी, फिर भी पंजां प्यारिਆਂ ਤੋਂ आप अमृत की दात प्राप्त की। इस तरह खालसे का जन्म होया 13 अप्रैल 1699 ਨੂੰ ਜਿਹੜਾ ਅੱਜ ਅਸੀਂ मना रहे हैं। खालसे का जन्म होया। खालसा की स्थापना के मौके धन श्री गुरु गोबिंद सिंह महाराज जी ने ये शब्द कहे सन उन्होंने समय के उस समय खालसा गुरु है ते गुरु ही खालसा है। इसी तरह सासंग जी जो खालसा पंथ के सिद्धांत ने वो भी दृढ़ करवाएगी सतगुरां वालों। खालसा की स्थापना तो बाद धन श्री गुरु गोबिंद सिंह महाराज जी ने फिर सिखां नूं संबोधन करते हुए उन्होंने फर्जां का वर्णन किया जो खालसा पंथ के सिद्धांत मन्ने जाते हैं। भी खालसा पंथ का सिद्धांत किहड़ा है ते किहड़े सिद्धांतां दे बारे सतगुरु गोबिंद सिंह महाराज जी ने उस समय जिक्र किया। पासा कहते खालसा पंथ के पैरोकार एक अकाल पुरख वाहिगुरू परमेश्वर से भरोसा रखेगा। जिहड़ा मेरा खालसा होगा, जिहड़ा मेरा खालसा होगा ना, वो एक अकाल पुरख वाहिगुरू परमेश्वर से भरोसा रखणगे। वो ते वाहिगुरू तो इलावा मेरा खालसा किसी देवी देवते की पूजा नहीं करेगा। ये सिद्धांत से उस समय का हरेक खालसा जात पात के विच विश्वास नहीं रखेगा। जात पात तो उच्चा उठेगा खालसा ते वो आपस दे विच प्रेम भाव दे नाल रहणगे। ये सिद्धांत सी सतगुरां दा उस समय। पातशाह कहंदे सारे सिखां नूं वो नैतिक जीवन बतीत करना चाहिए। उन्होंने पराई इस्तरी, तंबाकू, मांस,
ਨਸ਼ੀਲੀ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ। ਜਿਹੜਾ ਮੇਰਾ ਖਾਲਸਾ ਹੋਵੇਗਾ ਨਾ, ਉਹ ਤੰਬਾਕੂ ਦੇ ਨੇੜੇ ਨਹੀਂ ਜਾਵੇਗਾ, ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹੇਗਾ, ਪਰਾਏ ਸੰਗ ਤੋਂ ਵੀ ਮੇਰਾ ਖਾਲਸਾ ਦੂਰ ਰਹੇਗਾ। ਹਰੇਕ ਖਾਲਸਾ ਮਾਲਾ ਦੇ ਨਾਲ ਨਾਲ ਸ਼ਸਤਰ ਵੀ ਧਾਰਨ ਕਰੇਗਾ। ਹਰੇਕ ਸਿੰਘ ਨੂੰ ਚਾਹੀਦਾ ਕਿ ਉਹ ਦੇਸ਼ ਅਤੇ ਧਰਮ ਦੀ ਰੱਖਿਆ ਦੇ ਲਈ ਆਪਣਾ ਸਰਬੰਸ ਵਾਰ ਦੇਣ ਲਈ ਸਦਾ ਤਿਆਰ ਬਿਆਰ ਰਹੇ। ਜਿਹੜਾ ਖਾਲਸਾ ਉਹ ਦੇਸ਼ ਦੇ ਲਈ ਤੇ ਆਪਣੇ ਧਰਮ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਦੇ ਲਈ ਤਿਆਰ ਬਰ-ਤਿਆਰ ਰਹੇਗਾ। ਹਰੇਕ ਸਿੰਘ ਦੇ ਲਈ ਜ਼ਰੂਰੀ ਤੌਰ ਤੇ 5 ਕਕਾਰਾਂ ਨੂੰ ਧਾਰਨ ਕਰੇਗਾ ਮੇਰਾ ਖਾਲਸਾ। ਕੇਸ, ਕੜਾ, ਕੰਗਾ, ਕਿਰਪਾਨ, ਕਛਹਿਰਾ, ਇਹ 5 ਧਾਰ ਜਿਨ੍ਹਾਂ ਦਾ ਧਾਰ ਨਹੀਂ ਹੋਵੇਗਾ ਖਾਲਸਾ। ਤੇ ਜਿਹੜਾ ਸਿੱਖ ਹੋਵੇਗਾ, ਖਾਲਸਾ ਹੋਵੇਗਾ ਨਾ, ਉਹ ਅੰਮ੍ਰਿਤ ਵੇਲੇ ਉੱਠੇਗਾ, ਇਸ਼ਨਾਨ ਕਰੇਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇਗਾ, ਉਹ 5 ਬਾਣੀਆਂ ਦਾ ਨਿਤਨੇਮੀ ਹੋਵੇਗਾ। ਜਪਜੀ ਸਾਹਿਬ, ਜਾਪ ਸਾਹਿਬ, ਤਪਰ ਸਾਹਿਬ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਇਹਨਾਂ ਬਾਣੀਆਂ ਦਾ ਉਹ ਨਿਤਨੇਮੀ ਹੋਵੇਗਾ। ਹਰ ਸਿੱਖ ਅੰਮ੍ਰਿਤ ਵੇਲੇ ਉਹਨਾਂ 5 ਬਾਣੀਆਂ ਦਾ ਪਾਠ ਕਰੇਗਾ ਜਿਨ੍ਹਾਂ ਦਾ ਉਚਾਰਨ ਅੰਮ੍ਰਿਤ ਤਿਆਰ ਕਰਨ ਵੇਲੇ ਕੀਤਾ ਜਾਂਦਾ ਹੈ। ਹਰ ਖਾਲਸਾ ਆਪਣੇ ਸਾਰੇ ਪਰਿਵਾਰਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕਿਰਪਾ ਦੇ ਸੱਦ ਦੇਵੇਗਾ। ਗੁਰੂ ਤੇ ਭਰੋਸਾ ਰੱਖੇਗਾ ਹਰ ਖਾਲਸਾ। ਉਹਨਾਂ ਨੂੰ ਆਪਣਾ ਸ਼ੁਭ ਚਿੰਤਕ ਮੰਨੇਗਾ। ਹਰੇਕ ਖਾਲਸਾ ਆਪਣੀ ਆਮਦਨ ਦਾ 10ਵਾਂ ਹਿੱਸਾ ਦਸਵੰਧ ਧਰਮ ਦੇ ਲਈ ਦਾਨ ਕਰੇਗਾ ਖਾਲਸਾ। ਸਾਰੇ ਸਿੱਖ ਆਪ ਦੇ ਵਿੱਚ ਜਦੋਂ ਖਾਲਸਾ ਖਾਲਸੇ ਨੂੰ ਮਿਲੇਗਾ ਨਾ, ਜਦੋਂ ਇੱਕ ਦੂਜੇ ਨੂੰ ਖਾਲਸਾ ਮਿਲੇਗਾ, ਮਿਲਦੇ ਸਮੇਂ ਇੱਕ ਦੂਜੇ ਨੂੰ ਫਤਿਹ ਦੀ ਸਾਂਝ ਪਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹ ਸਾਂਝ ਪਾਏਗਾ ਮੇਰਾ ਖਾਲਸਾ। ਹਰ ਖਾਲਸਾ ਮਰਦ ਆਪਣੇ ਨਾਮ ਦੇ ਪਿੱਛੇ ਸਿੰਘ ਸ਼ਬਦ ਲਗਾਵੇਗਾ। ਹਰ ਖਾਲਸਾ ਇਸਤਰੀ ਆਪਣੇ ਨਾਮ ਦੇ ਪਿੱਛੇ ਕੌਰ ਸ਼ਬਦ ਲਗਾਏਗਾ। ਇਹ ਉਸ ਸਮੇਂ ਦੇ ਸੰਦਾਸ ਸਤਿਗੁਰਾਂ ਨੇ ਉਸ ਸਮੇਂ ਵਚਨ ਉਚਾਰਨ ਕੀਤੇ ਸਨ। ਤੇ ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ ਤੇ ਸਾਰੀ ਸਿੱਖ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕ। ਇਹਨਾਂ ਸਿਧਾਂਤਾਂ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀ ਆਖਿਆ ਜਾਂਦਾ